You are watching Channel Y. Channel Y, a South Asian channel. Hi, this is Priyanka Chopra and you're watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर 1 रेडियो स्टेशन FM 91.9 दोपहर 12 से शाम 6 बजे तक. Television. You are watching Channel Y. Channel Y. Prime Minister, welcome. It's a pleasure to be back. Online, SouthAsianDaily.com. The biggest South Asian media group, Y Media. वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ। ਮੈਂ ਯੁਧਿਸ਼ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਜਿੱਥੇ ਟਾਕ ਸ਼ੋਅ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ। ਅਸੀਂ ਕਾਲਰਸ ਨੂੰ ਰਿਕੁਐਸਟ ਕਰਦੇ ਹਾਂ ਕਿ ਲਾਈਨਸ ਪਲੀਜ਼ ਤੁਸੀਂ ਹੋਲਡ ਕਰ ਲਓ, ਅਸੀਂ ਗੱਲਬਾਤ ਜਾਰੀ ਰੱਖਾਂਗੇ। ਸਾਡੇ ਨਾਲ ਇਸ ਵੇਲੇ ਇੰਡੀਆ ਤੋਂ ਪੰਜਾਬ ਤੋਂ ਜੁੜ ਚੁੱਕੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰੈਜ਼ੀਡੈਂਟ ਅਮਰਿੰਦਰ ਰਾਜਾ ਵੜਿੰਗ ਸਾਹਿਬ। ਅਮਰਿੰਦਰ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਯੁਧਵੀਰ ਜੀ, ਥੈਂਕ ਯੂ, ਤੁਹਾਡਾ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਜਿਹੜਾ ਕਰੰਟ ਇਸ਼ੂ ਆ ਉਹਦੇ ਤੇ ਅਸੀਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਗਾਤਾਰ ਇਹ ਦਾਅਵਾ ਹੈਗਾ ਹੈ ਕਿ ਸਾਡੀ ਪਰਫਾਰਮੈਂਸ ਬਹੁਤ ਵਧੀਆ ਹੈ, ਅਸੀਂ ਹਰ ਫਰੰਟ ਤੇ ਫਰੋਮ ਕਰਪਸ਼ਨ ਤੋਂ ਲੈ ਕੇ ਹਰ ਫਰੰਟ ਦੇ ਉੱਤੇ ਅਸੀਂ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਹਾਂ। ਤੁਹਾਡਾ ਇਸ ਤੇ ਕੀ ਕਮੈਂਟ ਹੈ? ਯੁਧਵੀਰ ਜੀ, ਤੁਹਾਨੂੰ ਪਤਾ ਹੈ ਕਿ ਸੰਗਰੂਰ ਦਾ ਬਾਈ ਇਲੈਕਸ਼ਨ ਚੱਲ ਰਿਹਾ ਹੈ ਐਂਡ ਮੇਰਾ ਖਿਆਲ ਸੰਗਰੂਰ ਦਾ ਬਾਈ ਇਲੈਕਸ਼ਨ ਇਸ ਗੱਲ 'ਤੇ ਮੋਹਰ ਲਾ ਦੇਗਾ ਕਿ ਪਰਫਾਰਮੈਂਸ ਵਧੀਆ ਹੈ ਕਿ ਨਹੀਂ, ਬਿਕੋਜ਼ ਉਹਨਾਂ ਦਾ ਹੋਮ ਟਾਊਨ ਵੀ ਹੈ, ਘਰ ਵੀ ਹੈ ਔਰ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਵੀ ਸੰਗਰੂਰ 'ਚ ਹੋਈ ਸੀ ਔਰ ਤਕਰੀਬਨ 9 ਹਲਕੇ ਜਿਹੜੇ ਪਾਰਲੀਮੈਂਟ ਦੇ ਗਿਣੇ ਜਾਂਦੇ ਨੇ ਜਿੱਥੋਂ ਭਗਵੰਤ ਮਾਨ ਜੀ ਖੁਦ ਆਪ ਚੁਣਾਵ ਲੜੇ ਨੇ, ਮੈਂਬਰ ਆਫ ਪਾਰਲੀਮੈਂਟ ਸਨ। 4.5 ਲੱਖ ਵੋਟਾਂ ਦੇ ਫਰਕ ਨਾਲ ਇੱਥੋਂ ਇਹ ਤਮਾਮ ਇਹਨਾਂ ਦੇ MLA ਸਾਹਿਬਾਨ ਜਿੱਤੇ ਸੀ 2022 'ਚ, ਜਾਣੀ ਕਿ ਅੱਜ ਤੋਂ 3 ਮਹੀਨੇ ਪਹਿਲਾਂ। ਸੋ ਮੈਂ ਆਪਦੇ ਮੂੰਹ ਤੋਂ ਕਹਾਂ ਕਿ ਪਰਫਾਰਮੈਂਸ ਕੀ ਹੈ ਜਾਂ ਮਾੜੀ ਹੈ ਜਾਂ ਚੰਗੀ ਹੈ, ਭਾਈ ਤੁਹਾਡੇ ਸਰੋਤਿਆਂ ਨੂੰ ਚੰਗੀ ਨਾ ਲੱਗੇ, ਲੇਕਿਨ ਹੁਣੇ 23 ਤਰੀਕ ਨੂੰ ਪਤਾ ਲੱਗ ਜਾਏਗਾ। ਉਹ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਹੁੰਦੇ ਨਾਈਆ ਕਿਸੇ ਵਾਲ ਕਿੰਨੇ ਪੁੱਛਦਾ ਹੈ ਹੇਅਰ ਕਟਰ ਨੂੰ, ਹੁਣੇ ਪਤਾ ਲੱਗ ਜਾਏਗਾ। ਸੋ 23 ਤਰੀਕ ਨੂੰ ਪਰਫਾਰਮੈਂਸ ਜਿਹੜੀ ਹੈ ਉਹ ਪਤਾ ਲੱਗ ਜਾਏਗੀ। ਇਹ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ, ਸੋ ਤੁਸੀਂ ਇਹਨੂੰ ਇੱਕ ਤਰ੍ਹਾਂ ਦਾ ਇੱਕ ਰੈਫਰੈਂਡਮ ਪੁਆਇੰਟ ਬਣਾ ਰਹੇ ਹੋ। ਦਿਸ ਕੁਡ ਬੀ ਮੇਕਿੰਗ ਦਿਸ ਰੈਫਰੈਂਡਮ ਪੁਆਇੰਟ ਕਿ ਜੇ ਇਸ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਫਿਰ ਇਹਦਾ ਮਾਇਨੇ ਹੋਣਗੇ ਕਿ ਉਹਨਾਂ ਦੀ ਪਰਫਾਰਮੈਂਸ ਠੀਕ ਹੈ, ਔਰ ਜੇ ਉਹ ਹਾਰਦੀ ਹੈ ਤਾਂ ਤੁਸੀਂ ਸਮਝਦੇ ਹੋ ਕਿ ਲੋਕ ਉਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ, ਇਹੀ ਕਹਿ ਰਹੇ ਹੋ? ਜੀ ਅਮਰਿੰਦਰ ਜੀ, ਤੁਸੀਂ ਜਵਾਬ ਦੇ ਰਹੇ ਸੀ। ਹਾਂਜੀ ਪਲੀਜ਼ ਗੋ ਅਹੈਡ ਸਰ। ਹਾਂਜੀ। ਸੋ ਯੁਧਵੀਰ ਜੀ, ਮੈਂ ਇਹੀ ਕਹਿ ਰਿਹਾ ਸੀ ਕਿ ਲੋਕਪ੍ਰਿਯਤਾ ਦਾ ਔਰ ਉਹਨਾਂ ਦੀ ਪਰਫਾਰਮੈਂਸ ਦਾ ਤੁਹਾਨੂੰ ਨਤੀਜਿਆਂ ਤੋਂ ਅੰਦਾਜ਼ਾ ਹੋ ਜਾਏਗਾ ਕਿ ਕੀ ਨਤੀਜੇ ਆ ਰਹੇ ਨੇ। 4.5 ਲੱਖ ਵੋਟ ਦੇ ਫਰਕ ਨਾਲ ਉਹ ਜਿੱਤੇ ਸਨ। ਅਗਰ ਸਰਕਾਰ ਬਣਨ ਤੋਂ ਬਾਅਦ ਅਗਰ ਉਹ ਮਾਰਜਨ ਘੱਟ ਜਾਂਦੇ ਹੈ ਜਾਂ ਉਹ ਚੁਣਾਵ ਹਾਰ ਜਾਂਦੇ ਤੇ ਤੁਸੀਂ ਆਟੋਮੈਟਿਕਲੀ ਜਨਤਾ ਅੰਦਾਜ਼ਾ ਲਾ ਸਕਦੀ ਹੈ। ਮੇਰੇ ਕਹਿਣ ਨਾਲ ਮੈਂ ਕਹਾਂਗਾ ਕਿ ਹਾਲਾਤ ਖਰਾਬ ਨੇ, ਲੋਕਪ੍ਰਿਯਤਾ 'ਚ ਫਰਕ ਆਇਆ ਹੈ, ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ, ਲੋਕਾਂ ਨੇ ਨਕਾਰਤਾ, ਤਾਂ ਸ਼ਾਇਦ ਤੁਹਾਡੇ ਸਰੋਤੇ ਨੂੰ ਇਹ ਗੱਲ ਚੰਗੀ ਨਾ ਲੱਗੇ, ਕਿਉਂਕਿ ਮੈਂ ਪੰਜਾਬ 'ਚ ਬੈਠਾ ਹੈ ਤੇ ਹੁਣ ਸੰਗਰੂਰ ਦੇ ਵਿੱਚ ਹੀ ਹਾਂ। ਉਹ ਹਾਲਾਤ ਕਾਫੀ ਗੰਭੀਰ ਨਜ਼ਰ ਆ ਰਹੇ ਨੇ। ਕੱਲ੍ਹ ਦਾ ਭਗਵੰਤ ਮਾਨ ਜੀ ਦਾ ਰੋਡ ਸ਼ੋਅ, ਔਰ ਤੁਸੀਂ ਦੇਖਿਆ ਹੋਣਾ ਰੋਡ ਸ਼ੋਅ 'ਚ ਲੋਕ ਇਸ਼ਾਰੇ ਕਰ ਰਹੇ ਸੀ ਕਿ ਨਹੀਂ ਬਾਈ ਹੁਣ ਨਹੀਂ ਗੱਲ ਬਣਦੀ। ਸੋ ਸਮੀਕਰਨ ਕੋਈ ਬਹੁਤੇ ਚੰਗੇ ਨਹੀਂ ਹਨ ਔਰ ਸੰਗਰੂਰ ਦੇ ਲੋਕ ਥੋੜ੍ਹੇ ਇਨਕਲਾਬੀ ਹੈਗੇ ਹੈ, ਭੋਲੇ ਜ਼ਰੂਰ ਹੈ ਲੇਕਿਨ ਇਨਕਲਾਬੀ ਹੈ, ਵੱਖਰਾ ਫੈਸਲਾ ਕਰਦੇ ਔਰ ਮੈਨੂੰ ਉਮੀਦ ਹੈ ਕਿ ਸਰਕਾਰ ਦੇ ਖਿਲਾਫ ਫੈਸਲਾ ਆਏਗਾ। ਇਹ ਤੁਹਾਡੀ ਆਪਣੀ ਲੀਡਰਸ਼ਿਪ ਵਾਸਤੇ ਵੀ ਮੈਂ ਸਮਝਦਾ ਹਾਂ ਕਿ ਪਹਿਲਾ ਚੈਲੰਜ ਹੈ। ਵੈਸੇ ਤੇ ਐਜ਼ ਯੂਥ ਕਾਂਗਰਸ ਲੀਡਰ ਔਰ ਹੋਰ ਬਹੁਤ ਸਾਰੀ ਜਗ੍ਹਾ ਮੈਨੂੰ ਯਾਦ ਹੈ ਕਿ ਉਹ ਦਿਨ ਜਦੋਂ ਅਸੀਂ ਇੱਥੇ ਟੋਰਾਂਟੋ ਦੇ ਵਿੱਚ TV ਤੇ ਔਰ ਰੇਡੀਓ ਤੇ ਟਾਕ ਸ਼ੋਜ਼ ਕਰ ਰਹੇ ਸੀਗੇ ਔਰ ਹਰ ਕੋਈ ਕਹਿ ਰਿਹਾ ਸੀਗਾ ਕਿ ਮਨਪ੍ਰੀਤ ਬਾਦਲ ਸਾਹਿਬ ਜਿੱਤਣਗੇ, ਕੋਈ ਨਹੀਂ ਸੀ ਕਹਿ ਰਿਹਾ, ਲੇਕਿਨ ਇੱਕ ਆਵਾਜ਼ ਆ ਰਹੀ ਸੀਗੀ ਕਿ ਮਨਪ੍ਰੀਤ ਬਾਦਲ ਸਾਹਿਬ ਨੂੰ ਤੀਸਰੇ ਨੰਬਰ ਤੇ ਧਕੇਲ ਦਿੱਤਾ ਜਾਏਗਾ ਔਰ ਅਮਰਿੰਦਰ ਰਾਜਾ ਵੜਿੰਗ ਜੀ ਜਿੱਤਣਗੇ। ਇਹ ਸਾਡੇ TV ਟਾਕ ਸ਼ੋਅ ਔਰ ਰੇਡੀਓ ਟਾਕ ਸ਼ੋਅ ਤੇ
ਇੱਕ ਘੰਟੇ 2 ਘੰਟੇ ਇੱਥੇ ਟਾਕ ਸ਼ੋ ਚੱਲਦੇ ਰਹੇ ਸੀਗੇ ਕਿ ਨਹੀਂ ਇਹ ਨਹੀਂ ਹੋ ਸਕਦਾ, ਪਰ ਤੁਸੀਂ ਉਹ ਜਿੱਤ ਹਾਸਿਲ ਕੀਤੀ। ਉਸ ਵੇਲੇ ਤਾਂ ਤੁਸੀਂ ਜਾਇੰਟ ਕਿਲਰ ਬਣ ਗਏ, ਲੇਕਿਨ ਅੱਜ ਤੁਹਾਡੀ ਪ੍ਰਧਾਨਗੀ ਹੇਠ ਮੇਰੇ ਖਿਆਲ ਨਾਲ ਪਹਿਲਾ ਚੈਲੰਜ ਹੈ ਸੰਗਰੂਰ ਕਿ ਕਿੱਦਾਂ ਦੀ ਤੁਹਾਡੀ ਪਰਫਾਰਮੈਂਸ ਰਹਿੰਦੀ ਹੈ, ਕੀ ਕਹੋਗੇ ਇਸ ਤੇ? Yeah, I don't think so it's any challenge because ਹਜੇ ਜਨਤਾ ਜਾਣਦੀ ਹੈ, ਸਭ ਲੋਕ ਸਰਕਾਰ 'ਚ ਬਹੁਤ ਸਰਕਾਰ ਦਾ ਜਲਵਾ ਹੁੰਦਾ ਔਰ 3 ਮਹੀਨੇ ਸਰਕਾਰ ਨੂੰ ਬਣੀ ਨੂੰ ਹੋਏ ਹੈ। ਇਹਦੇ ਵਿੱਚ ਅਸੀਂ ਲੋਕ ਮੈਂ ਸਮਝਦਾ ਕਿ ਡਟ ਕੇ ਅਗਰ ਮੁਕਾਬਲਾ ਵੀ ਕਰ ਜਾਂਦੇ ਹਾਂ ਤਾਂ ਮੇਰੇ ਵਾਸਤੇ ਇਹ ਬਹੁਤ ਬਿਹਤਰੀਨ ਗੱਲ ਹੋਏਗੀ ਪਾਰਟੀ ਦੇ ਵਾਸਤੇ। ਔਰ ਦੂਸਰੀਆਂ ਪਾਰਟੀਆਂ ਵੀ ਇਹਦੇ ਸ਼੍ਰੋਮਣੀ ਅਕਾਲੀ ਦਲ ਹੈ, ਬੀਜੇਪੀ ਹੈ, ਐਂਡ ਅਗਰ ਅਸੀਂ ਉਹਨਾਂ ਪਾਰਟੀਆਂ ਤੋਂ ਵੀ ਬੈਟਰ ਪਰਫਾਰਮ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਆਈ ਡੋਂਟ ਥਿੰਕ ਸੋ ਦੇਰ ਇਜ਼ ਐਨੀ ਚੈਲੰਜ ਫॉर ਮੀ। ਐਂਡ ਮੈਨੂੰ ਉਮੀਦ ਹੈ ਕਿ ਉਹ ਬਹੁਤ ਨੀਚੇ ਰਹਿ ਜਾਣਗੇ। ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਜਿੱਤ ਵੱਲ ਕੌਣ ਵੱਧ ਰਿਹਾ ਹੈ, ਬਿਕੋਜ਼ ਜਿਹੜੇ 5 ਦਿਨ ਨੇ ਬੜੇ ਕ੍ਰੂਸ਼ੀਅਲ ਨੇ, ਨੈਕਸਟ 5 ਡੇਜ਼, ਐਂਡ ਕਿਉਂਕਿ ਇੱਕ ਅੱਧੇ ਦਿਨ 'ਚ ਹੀ ਫਰਕ ਪੈ ਜਾਂਦਾ ਹੈ, ਕੁਝ ਘੰਟਿਆਂ 'ਚ ਹੀ ਸਮਾਂ ਬਦਲ ਜਾਂਦਾ ਹੈ। ਲੇਕਿਨ ਅੱਜ ਪੱਕੇ ਤੌਰ 'ਤੇ ਨਜ਼ਰ ਆ ਰਿਹਾ ਹੈ ਕਿ ਸਰਕਾਰ ਦੇ ਖਿਲਾਫ ਨੇ ਲੋਕ, ਫਤਵਾ ਸਰਕਾਰ ਦੇ ਹੱਕ 'ਚ ਨਹੀਂ ਆਏਗਾ। ਸੋ ਫॉर ਮੀ ਹਜੇ ਬੜਾ ਸਮਾਂ ਹੈ ਜੀ, ਬਿਕੋਜ਼ ਮੈਨੂੰ ਟੇਕ ਓਵਰ ਕੀਤੇ ਨੂੰ ਮਹੀਨਾ ਹੋਇਆ। ਅਸੀਂ ਸਾਡਾ ਫਰਜ਼ ਬਣਦਾ ਕਿ ਜ਼ੋਰ ਲਾਉਣਾ, ਕਾਂਗਰਸ ਦਿਖਣੀ ਚਾਹੀਦੀ ਹੈ ਕੰਮ ਕਰਨ ਲਈ, ਐਂਡ ਵੀ ਆਰ ਡੂਇੰਗ ਦੈਟ। ਪਬਲਿਕ ਨੂੰ ਲੱਗ ਰਿਹਾ ਕਿ ਕਾਂਗਰਸ ਦੇ ਲੋਕ ਜ਼ਮੀਨੀ ਸਤਰ 'ਤੇ ਆ ਕੇ ਲੜਾਈ ਕਰ ਰਹੇ ਨੇ। ਬਿਹਤਰੀਨ ਨਤੀਜੇ ਕੋਈ ਵੀ, ਬੇਸ਼ੱਕ ਨਤੀਜੇ ਕੋਈ ਵੀ ਆਉਣ, ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ, ਤਾਂ ਅਸੀਂ ਲੜ ਰਹੇ ਹਾਂ। ਆਖਰੀ 2 ਸਵਾਲ, ਕਿਉਂਕਿ ਤੁਸੀਂ ਬਹੁਤ ਬਿਜ਼ੀ ਹੋ ਔਰ ਸਮਾਂ ਤੁਸੀਂ ਦਿੱਤਾ। ਇੱਕ ਸਵਾਲ ਤੇ ਹੈਗਾ ਕਿ ਅਫਕੋਰਸ ਤੁਸੀਂ ਇਹ ਮੰਥਨ ਕੀਤਾ ਹੋਏਗਾ ਕਿ ਕਾਂਗਰਸ ਪਾਰਟੀ ਕਿਉਂ ਹਾਰੀ, ਸੋ ਉਹਦੇ ਵਿੱਚ ਨਵੇਂ ਪ੍ਰਧਾਨ ਸਾਹਿਬ ਤੁਸੀਂ ਬਣੇ ਹੋ, ਕੁਝ ਬਦਲਾਅ ਵੀ ਤੁਸੀਂ ਕਰਨਾ ਚਾਹੋਗੇ ਵਿਦਨ ਪਾਰਟੀ, ਕੀ ਪਲੈਨਿੰਗ ਹੈ ਤੁਹਾਡੀ, ਕਿਸ ਤਰ੍ਹਾਂ ਦੇ ਬਦਲਾਅ ਦੇਖਣਾ ਚਾਹੋਗੇ? ਆਈ ਡੋਂਟ ਥਿੰਕ ਸੋ ਕੋਈ ਬਦਲਾਅ। ਸਰਜਰੀ ਕਰਨੀ ਪਏਗੀ ਜੀ, ਪੂਰੀ ਸਰਜਰੀ ਕਰਨੀ ਪਏਗੀ। ਬੜੇ ਮੈਂ ਸਮਝਦਾ ਕਿ ਸਾਡੇ ਸਿਸਟਮ ਦੇ ਵਿੱਚ ਕਮੀਆਂ ਰਹੀਆਂ। ਅਸੀਂ ਲੋਕਾਂ ਨੇ ਆਮ ਲੋਕਾਂ ਨੂੰ ਸਪੇਸ ਨਹੀਂ ਦਿੱਤਾ, ਕੁਝ ਸਾਡੇ ਲੀਡਰ ਸਾਹਿਬਾਨਾਂ ਨੇ, ਐਂਡ ਜਨਤਾ ਦੀ ਗੱਲ ਨਹੀਂ ਸੁਣੀ ਗਈ। ਕੁਝ ਲੋਕ ਵਰਕਰਾਂ ਨੂੰ ਅਸੀਂ ਇੰਪਾਵਰਡ ਨਹੀਂ ਕੀਤਾ ਬਿਲਕੁਲ ਹੀ। ਕੁਝ ਲੀਡਰ ਸਾਹਿਬਾਨ ਆਪਣੇ ਹੀ ਰਿਸ਼ਤੇਦਾਰਾਂ ਨੂੰ ਇੰਪਾਵਰ ਕਰਨ 'ਚ ਲੱਗੇ ਰਹੇ। ਸੋ ਕਾਫੀ ਕਮੀ ਹੈ ਜੀ, ਔਰ ਮੈਨੂੰ ਲੱਗਦਾ ਕਿ ਦਿਸ ਇਜ਼ ਦ ਬੈਸਟ ਟਾਈਮ ਫॉर ਮੀ। ਇਟਸ ਅ ਓਪਰਚੁਨਿਟੀ ਟੂ ਬੀ ਵੈਰੀ ਓਨੈਸਟ ਸੁਖਬੀਰ ਜੀ, ਐਂਡ ਇਹ ਕਾਂਗਰਸ ਦੇ ਵਾਸਤੇ ਵੀ ਓਪਰਚੁਨਿਟੀ ਹੈਗੀ ਆ, ਕਿਉਂਕਿ ਲੋਕਾਂ ਦੇ ਵਾਸਤੇ ਨਵੇਂ ਰਾਸਤੇ ਖੁੱਲਣਗੇ। ਵਟ ਆਈ ਫੀਲ ਕਿ ਇੱਕ ਨਵੀਂ ਕਾਂਗਰਸ ਬਣੇਗੀ। ਨਵੀਂ ਕਾਂਗਰਸ ਤੋਂ ਮਤਲਬ ਇਹ ਨਹੀਂ ਹੈ ਕਿ ਪੁਰਾਣੇ ਲੋਕ ਕੱਢ ਦਿੱਤੇ ਜਾਣਗੇ। ਨਵੇਂ ਲੋਕਾਂ ਨੂੰ ਵੀ ਜ਼ਿੰਮੇਵਾਰੀ ਬਹੁਤਿਆਂ ਨੂੰ ਦਿੱਤੀ ਜਾਏਗੀ, ਜਿਹਨੂੰ ਨੂੰ ਲੋਕ ਪਸੰਦ ਕਰਦੇ ਨੇ, ਜਿਹੜੇ ਆਮ ਲੋਕਾਂ ਵਰਗੇ ਨੇ, ਜਿਹੜੇ ਲੋਕਾਂ ਦੇ ਹਾਲਾਤਾਂ ਤੋਂ ਜਾਣੂ ਰਹਿੰਦੇ ਨੇ, ਜਿਹੜੇ ਹਰ ਤਕਲੀਫ ਜਾਣਦੇ ਨੇ ਆਮ ਜਨਤਾ ਦੀ। ਐਸੇ ਲੋਕਾਂ ਨੂੰ, ਨਵੇਂ ਚਿਹਰਿਆਂ ਨੂੰ ਅਸੀਂ ਮੌਕਾ ਦੇਵਾਂਗੇ। ਮੈਨੂੰ ਲੱਗਦਾ ਕਿ ਸਾਨੂੰ ਜਿਹੜੀਆਂ ਸਾਡੀਆਂ ਖਾਲੀ ਜਗ੍ਹਾਵਾਂ ਹੈਗੀਆਂ, ਜਿੱਥੇ ਖਾਲੀ ਪਏ ਥਾਂ ਹੈ ਸਾਡੀਆਂ ਕੁਝ ਕੌਂਸਟੀਟਿਊਂਸੀ 'ਚ, ਉੱਥੇ ਅੱਜ ਹੀ ਅਸੀਂ ਕੰਮ ਕਰਕੇ ਅਗਰ ਅਸੀਂ ਰਾਈਟ ਸਮੇਂ 'ਤੇ ਅਸੀਂ ਆਪਦੇ ਬੰਦੇ ਉੱਥੇ ਲਾ ਦਿੰਦੇ ਹਾਂ, ਚੰਗੇ ਲੋਕ ਪੜ੍ਹੇ ਲਿਖੇ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਸਾਡੇ ਵਾਸਤੇ ਕੋਈ ਦਿੱਕਤ ਹੈ, ਕੋਈ ਵੱਡਾ ਚੈਲੰਜ ਹੈ। ਐਂਡ ਦਿਸ ਇਜ਼ ਅ ਓਪਰਚੁਨਿਟੀ ਟੂ ਬੀ ਵੈਰੀ ਓਨੈਸਟ। ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ 70% ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਲੋਕ ਲੈ ਕੇ ਆਵਾਂਗੇ ਸਿਸਟਮ ਦੇ ਵਿੱਚ। ਸੋ ਇਸ ਤਰ੍ਹਾਂ ਅਸੀਂ ਕਾਂਗਰਸ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਆਖਰੀ ਸਵਾਲ, ਮੈਨੂੰ ਤੁਹਾਡਾ ਵਰਡ ਬੜਾ ਪਸੰਦ ਆਇਆ, ਓਪਰਚੁਨਿਟੀ, ਔਰ ਲੀਡਰ ਉਹੀ ਹੁੰਦਾ ਹੂ ਟਰਨਸ ਐਡਵਰਸਰੀਜ਼ ਇਨਟੂ ਓਪਰਚੁਨਿਟੀਜ਼। ਲੀਡਰ ਤੁਸੀਂ ਬਣ ਗਏ ਹੋ, ਓਪਰਚੁਨਿਟੀ ਵੀ ਤੁਸੀਂ ਕਹਿ ਰਹੇ ਹੋ, ਐਂਡ ਦੇयर ਇਜ਼ ਲੋਟ ਆਫ ਇਸ਼ੂਜ਼ ਐਡਵਰਸਰੀਜ਼ ਰਾਈਟ ਨਾਓ ਵਿਦ ਕਾਂਗਰਸ। ਸੋ ਆਖਰੀ ਸਵਾਲ ਇਹੀ ਹੈ ਕਿ ਲੋਕਾਂ ਨੇ ਫਤਵਾ ਨਹੀਂ ਦਿੱਤਾ ਕਾਂਗਰਸ ਨੂੰ ਦੁਬਾਰਾ, ਲੋਕਾਂ ਨੇ ਸਪੋਰਟ ਕੀਤੀ ਆਮ ਆਦਮੀ ਪਾਰਟੀ ਨੂੰ। ਕਾਂਗਰਸ ਨੇ ਤਾਂ ਸੁਣ ਲਿਆ, ਲੇਕਿਨ ਲੋਕਾਂ ਲਈ ਤੁਹਾਨੂੰ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਆਮ ਪੰਜਾਬੀਆਂ ਨੂੰ ਕਾਂਗਰਸ ਹੁਣ ਇਸ ਵਾਰ ਕੀ ਡਿਫਰੈਂਟ ਕਰੇਗੀ ਕਿ ਸੰਗਰੂਰ ਦੇ ਵਿੱਚ ਵੀ ਤੁਸੀਂ ਜਿੱਤੋ, ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਹਰ ਮੁਹਿੰਮ, ਚਾਹੇ ਅਗਲੀਆਂ ਸੈਂਟਰ ਦੀਆਂ ਚੋਣਾਂ ਨੇ ਜਾਂ ਉਹ ਵੀ ਤੁਹਾਡੀ ਪ੍ਰਧਾਨਗੀ ਹੇਠ ਹੀ ਹੋਣੀਆਂ, ਜਾਂ ਅਗਲੀ ਦੁਬਾਰਾ ਪ੍ਰੋਵਿੰਸ ਦੇ ਵਿੱਚ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਤੇ ਲੋਕ ਇੱਕ ਵਾਰ ਫੇਰ ਕਾਂਗਰਸ ਵੱਲ ਰੁਖ ਕਰਨ, ਉਹਦੀ ਕੀ ਪਲੈਨਿੰਗ ਆ? ਦੇਖੋ, ਮੈਂ ਉਹ ਤੁਹਾਡੇ ਨਾਲ ਹੁਣ ਇਸ ਸਮੇਂ ਉਹ ਤਮਾਮ ਇਸ ਬਿਕੋਜ਼ ਇਟਸ ਅ ਬਿਗ ਇਸ਼ੂ, ਇਟਸ ਨਾਟ ਅ
कि एक सेकंड च ਉਹਨੂੰ मैं सम अप कर दिया, बट बहुत सारे ऐसे इशूज ने जिन्हां दे उपर सानू काम करन दी लोड़ ने। पंजाब इकोनॉमी दे उपर भी सानू वड्डी नज़र मारन दी जरूरत, नॉट ओनली कि कली करप्शन दे उपर, इकोनॉमी दे उपर पंजाब नू दुबारे खड़ा करन दी लोड़ है। एंड डेफिनेटली अनएम्प्लॉयमेंट का बहुत बड़ा मुद्दा है। यंगस्टर दे फील हर सरकार आउंदी है और इन्हां गल करदी है कि असीं तुहानूं नौकरी देवांगे, बट दे डोंट हैव एनी प्लान, कोई रोड मैप नहीं है। गरीब नूं खुशहाल होने की गल हर व्यक्ति करता है, बट देयर इज नो प्लान। मैनूं लगदा कि आने वाले समय दे विच ऑन ऑल दैट थिंग्स ना केवल स्टेज ते चढ़ के बोलिया ही जाएगा, पूरा रोड मैप लोगों को दिखाने की लोड़ पएगी कि दिस इज द प्लान। जिवें कि केजरीवाल साहब ने कहा सी कि मैं रेते दे विचों 30,000 करोड़ रुपया ले लांगा, एंड लिकर पॉलिसी दे विचों मैं 25 करोड़ रुपया बना, 53 करोड़ तो यही हो गया। बिकॉज व्हेन पीपल आस्क हिम कि भाई तुसीं ये फुलफिल किवें करोगे ये सारे प्रॉमिसेस, बिकॉज पैसा तो है नहीं। तो आज सैंड माइनिंग उसी तरह ही चल रही है, तो कोई रेवेन्यू नहीं आ रहा अजे तक। कोई लिकर चो कोई ऐसी पॉलिसी नहीं बनी, पॉलिसी बनाने की कोशिश की गई लेकिन लोगों ने वो पॉलिसी नूं नकार रहे ने। सो मेरे कहने का मतलब कि दैट्स वाई संगरूर बाय इलैक्शन पे हुणे ही 3 महीनों दे विच लोगों का जिहड़े ने नज़रिया बदलिया हुआ। लाइक बिजली फ्री की गल की सी 100 यूनिट, हुण नाउ व्हाट दे आर डूइंग, दे आर गोइंग टू द विलेजेस, इन्हां दे बिजली वाले जो लोगों का लोड चेक कर रहे हैं। तो नैचुरली किसी का लोड घट है तो लोड कैपेसिटी बढ़ा रहे हैं सो दैट 1 किलोवाट के नीचे कोई रवे ही ना। सो ये सारी जी नटल है, मैं वो समझाना चाहना है कि कली कहानी नाल हुण पंजाब दे लोग मनणगे नहीं। तुसीं कहना व्हाट इज योर रोड मैप, सो किद्दां तुसीं लोगों के वास्ते किद्दां लोगों नूं अगे पंजाब दे लोगों नूं तुसीं दस पाओगे। सो मैनूं लगदा कि हुण कलियां गल्लां दे नहीं, बिल्कुल उन्हां नूं रोड मैप देना पएगा कि दिस इज माई रोड मैप, ते आ फर्स्ट इदां इदां करके असीं पंजाब नूं तरक्की वाल लैके जा सकते, या इदां दिस इज द रोड मैप कि असीं इत्थों असीं लोगों नूं अनएम्प्लॉयमेंट खत्म करांगे। दिस इज द वे। एंड अगर लोगों नूं लगेगा कि वास्तव दे विच दिस इज द राइट वे, क्योंकि वोटर अजकल बहुत सियाना हो गया, उन्हें सब नूं देख लिया। उन्होंने सानू दोनों पार्टियां नूं, कांग्रेस नूं देखिया, अकालीज नूं देखिया, बीजेपी नूं देखिया, आम आदमी पार्टी भी हुण सेम व्हाट दे आर डूइंग। दे सर की जॉब्स ला देंगे, कोई कच्चा नहीं रहेगा। अज कच्चे मुलाजिम फिर को टैंकियां चढ़े हुए हैं, एंड नौकरी की कोई गल नहीं कर रहा। पुराने पटवारियों को रखा जा रहा है, रिटायर्ड जिहड़े है, क्योंकि नवे का कोई सिस्टम नहीं है। सो जो आने वाला समय वो लोग चाहणगे कि व्हाट इज द रियलिटी, भी असीं ये सारियां गल्लां तो सुन लीआं, और जिहड़ी भी पार्टी उन्होंने यकीन दिवा देगी कि ये साडी लड़ाई भी लड़नगे और ये वाकई साडे वास्ते कुछ करनगे, वो पार्टी अगे थ्रू करेगी। एंड वी ट्राई अवर लेवल बेस्ट कि असीं चंगा पंजाब के लोगों से रोड मैप बना सकीए, तां जो लोगों को लगे कि ना दिस इज द राइट टाइम एंड ये बंदे सही कह रहे हैं जो कह रहे। रोड मैप के बारे अगला एक इंटरव्यू कदे तुहाडे तो समा लै लांगे, चैनल ते करांगे टीवी ते, फिर 15 मिनट असीं ना सिर्फ रोड मैप दे सिर्फ यही एक मुद्दे ते लगावांगे नेक्स्ट टाइम जदों भी तुहाडे कोल टाइम होए। हुण तुसीं बिजी हो और 2 पॉइंट ये सवाल घट ने, 2 हैगे ने। एक ते NRI जिस तरह हुण जगदीप साचा साहब और बहुत सारे ऐसे NRI हजे भी कांग्रेस नाल जुड़े हुए ने, NRI ਲਈ की संदेश है, और प्लीज इफ यू कुड टच अपॉन सिद्धू मूसेवाला के बारे जो कुछ होया, बहुत रोष है, बहुत गुस्सा है भी ये क्यों होया। हो सकता है कि कुछ कॉन्ट्रोवर्शियल रहे ने हो, लेकिन और तुहाडे बड़े करीबी भी रहे ने, लेकिन जो होया वो गलत होया। सो ये दोनों पॉइंट टच कर दियो बस। समय मैनूं पता है तुहाडा बड़ा जुद्धवीर अबाउट सिद्धू मूसेवाला तो टोटली मैं समझदा कि इट्स अ फेलियर ऑफ पंजाब गवर्नमेंट। उन्हां दी नलायकी करके सिद्धू मूसेवाले दा मर्डर होया। इट्स अ क्लीयर कट, बिकॉज तुसीं देखो जिहड़े बंदे नूं थ्रेट हैगा, ਅਸੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਵੀ ਹੈ 10 ਲੋਕਾਂ ਦੀ। ਪਹਿਲਾਂ ਇਹਨਾਂ ਨੇ ਸਰਕਾਰ ਬਣਦਿਆਂ ਸਾਰ ਉਹਨਾਂ ਦੀ 6 ਸਿਕਿਉਰਿਟੀ ਗਾਰਡ ਵਾਪਸ ਲੈ ਲਏ ਗਏ। ਆਫਟਰ ਦੈਟ 4 ਸਿਕਿਉਰਿਟੀ ਗਾਰਡਾਂ ਵਿੱਚੋਂ 2 ਫਿਰ ਲੈ ਕੇ ਭਗਵੰਤ ਮਾਨ ਜੀ ਨੇ ਆਪਣੀ ਫੇਸਬੁੱਕ ਤੇ ਪਾ ਦਿੱਤਾ ਗਿਆ ਕਿ ਅੱਜ ਮੈਂ ਸਿੱਧੂ ਮੂਸੇਵਾਲਾ ਤੇ ਉਹ ਗਨਮੈਨ ਵਾਪਸ ਲੈ ਲਏ ਗਏ। ਹਾਲਾਂਕਿ ਇੰਟਰਨਲ ਇਟਸ ਅ ਸਿਕਿਉਰਿਟੀ ਮੈਟਰ, ਇਟਸ ਅ ਸੀਕ੍ਰੇਟ ਡਾਕੂਮੈਂਟ। ਤੁਸੀਂ कानून के मुताबिक किसी की सिक्योरिटी लैके तुसी पब्लिकली दस नहीं सकते। इन्होंने फिर एक्शन लैंदिया इन्होंने कहा कि वो किसी लड़की ने PR डिपार्टमेंट भी ने पाया है, हालांकि वो इन्हों तो बिना पूछे कोई गल नहीं
ਮੁੱਖ ਮੰਤਰੀ ਦੇ ਪੇਜ ਤੇ ਪਾਈ ਜਾਂਦੀ। ਤੋ ਜਦ ਲੋਕਾਂ ਨੂੰ ਇਹ ਪਤਾ ਲੱਗਿਆ ਉਹਨਾਂ ਨੂੰ ਕਿ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਤਾਂ ਇਮੀਡੀਏਟਲੀ ਉਹ ਲੋਕ ਆ ਗਏ। ਇਸ ਤੋਂ ਪਹਿਲਾਂ ਵੀ 1 ਮਹੀਨਾ ਸ਼ਾਹਰੁਖ ਖਾਨ ਦਾ ਵਿਅਕਤੀ ਜਿਹਨੂੰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਫੜਿਆ ਸੀ, ਉਹ ਕਹਿੰਦਾ ਮੈਂ ਰੈਕੀ ਕਰਕੇ ਆਇਆ ਸੀ, ਪਰ ਲੇਕਿਨ ਸਿੱਧੂ ਮੂਸੇਵਾਲੇ ਦੇ ਨਾਲ 7-8 ਸਿਕਿਉਰਿਟੀ ਗਾਰਡ ਸੀਗੇ AK-47 ਵਾਲੇ, ਮੈਂ ਵਾਪਸ ਆ ਗਿਆ। ਦਿੱਲੀ ਪੁਲਿਸ ਦੀ ਇੱਕ ਰਿਪੋਰਟ ਹੈ ਮਹੀਨਾ ਪਹਿਲਾਂ ਆਈ ਸੀ ਪੰਜਾਬ ਪੁਲਿਸ ਕੋਲ ਕਿ ਸਿੱਧੂ ਮੂਸੇਵਾਲਾ ਹੈਵ ਅ ਸੀਰੀਅਸ ਥ੍ਰੈਟ। ਨਾਟ ਓਨਲੀ ਦੈਟ, ਰॉ ਦੀ ਤੇ ਇੰਟੈਲੀਜੈਂਸ ਬਿਊਰੋ ਦੀ ਅੱਜ ਤੋਂ 1 ਸਾਲ ਪਹਿਲਾਂ ਸਾਡੀ ਸਰਕਾਰ ਦਰਮਿਆਨ ਮਿਸਟਰ ਸੈਣੀ ਬਾਰੇ ਤੇ ਸਿੱਧੂ ਮੂਸੇਵਾਲੇ ਹਾਈ ਥ੍ਰੈਟ ਦੀ ਇੱਕ ਲੈਟਰ ਆਈ ਸੀ। ਉਹਦੇ ਵਾਸਤੇ ਹੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ। ਹਾਂ, ਸੋ ਸਰਕਾਰ ਦੀ ਬਿਲਕੁਲ ਫੇਲੀਅਰ ਰਿਹਾ। ਸਰਕਾਰ ਨੇ ਆਪਦੀ ਵਾਹ ਬਿਕੋਜ਼ ਇਹ ਸਰਕਾਰ ਨੂੰ ਥੋੜੀ ਆਦਤ ਹੈ ਕਿ ਇਹਨੂੰ ਸੋਸ਼ਲ ਮੀਡੀਆ ਤੇ ਹੁਣ ਵਨ ਵੇ ਕਰਤਾ ਭਗਵੰਤ ਮਾਨ ਜੀ ਕਦੇ ਹੁਣ ਮੀਡੀਆ ਦੇ ਰੂਬਰੂ ਨਹੀਂ ਹੁੰਦੇ। ਵੱਡਾ ਐਲਾਨ ਰੋਜ਼, ਜਿਵੇਂ ਕੱਲ ਬੱਸਾਂ ਦਾ ਐਲਾਨ ਕੀਤਾ, ਮੈਂ ਤਾਂ ਬੱਸਾਂ ਦੀ ਲੜਾਈ ਲੜ ਰਿਹਾ ਸੀ ਮਗਰਲੇ ਜਦੋਂ ਮੈਂ ਮਿਨਿਸਟਰ ਬਣਿਆ। 5 ਸਾਲ ਬੱਸਾਂ ਆਮ ਆਦਮੀ ਪਾਰਟੀ ਕਰਕੇ ਨਹੀਂ ਚੱਲੀਆਂ, ਜਿਹਦਾ ਵੱਡਾ ਐਲਾਨ ਕਰਕੇ ਕੇਜਰੀਵਾਲ ਸਾਹਿਬ ਆਏ 2 ਬੱਸਾਂ ਚਲਾਉਣ ਵਾਸਤੇ। ਹਾਲਾਂਕਿ ਉਹਨਾਂ ਨੂੰ ਦਿੱਲੀ ਦੇਣਾ ਚਾਹੀਦਾ ਸੀ, ਉੱਥੇ ਦਿੱਲੀ ਝੰਡੀ ਦਿੰਦੇ। ਸੋ ਇਹਨਾਂ ਨੇ ਇਕੱਲਾ ਵਾਅਦਾ ਕਰਨ ਤੇ ਸਿੱਧੂ ਮੂਸੇਵਾਲਾ ਦੀ ਸਾਡੀ ਜਾਨ ਚਲੀ ਗਈ। ਇਹ ਟੋਟਲੀ ਨਲਾਇਕੀ ਤੇ ਫੇਲੀਅਰ ਰਿਹਾ। ਫਿਰ ਇਹ ਕਿਹਾ ਗਿਆ DGP ਵੱਲੋਂ ਰਾਤ ਨੂੰ ਪ੍ਰੈਸ ਕਾਨਫਰੰਸ ਕੀਤੀ तकरीबन 10 बजे। he said कि भी उसके पास तो बुलेट प्रूफ गाड़ी थी। हालांकि बुलेट प्रूफ ਗੱਡੀ ਵਿਚਾਰੇ ਨੇ ਆਪਦੇ ਪੈਸੇ ਨਾਲ ਬਣਾਈ ਗਈ ਸੀ। ਔਰ ਅਗਰ ਜਿਹੜੇ ਵੈਪਨ ਯੂਜ਼ ਹੋਏ ਹੈ, ਜੋ ਉੱਥੇ ਪਤਾ ਲੱਗਿਆ ਲਾਭ ਨੇ ਕਿਹਾ ਕਿ ਆਹ ਵੈਪਨ N94 ਯੂਜ਼ ਹੋਇਆ ਜਾਂ AK-47, ਸੋ ਅਗਰ ਬੁਲਟ ਪ੍ਰੂਫ ਵੀ ਹੁੰਦੀ ਤਾਂ ਤਦ ਵੀ ਉਹ ਬੁਲਟ ਪ੍ਰੂਫ ਤੋਂ ਵੀ ਉਹਨਾਂ ਨੇ ਆਪਣਾ ਕੰਮ ਕਰ ਦੇਣਾ ਸੀ। ਸੋ ਇਸ ਤਰ੍ਹਾਂ ਨਾਟ ਓਨਲੀ ਸਿੱਧੂ ਮੂਸੇਵਾਲਾ ਕਬੱਡੀ ਪਲੇਅਰ 82 ਦਿਨਾਂ ਦੀ ਸਰਕਾਰ 'ਚ 62 ਲੋਕਾਂ ਨੂੰ ਮਾਰ ਦਿੱਤਾ ਗਿਆ। ਸੋ ਕਦ ਤੱਕ ਇਹ ਰੁਕੇਗਾ ਕੰਮ ਮੈਨੂੰ ਸਮਝ ਨਹੀਂ ਆਉਂਦੀ। ਸੋ ਇਹ ਤਾਂ ਸਿੱਧੂ ਮੂਸੇਵਾਲਾ ਸਾਹਿਬ ਨਾਲ ਇਹ ਕਹਾਣੀ ਇਹ ਵਾਪਰੀ ਔਰ ਬਾਪ ਨੇ ਪੱਗ ਲਾ ਕੇ ਲੋਕਾਂ ਨੂੰ ਕਿਹਾ ਕਿ ਆਪਦੇ ਪੁੱਤਾਂ ਨੂੰ ਇੰਨਾ ਵੀ ਤਕੜਾ ਨਾ ਕਰ ਦਿਓ ਕਿ ਉਹਨੂੰ ਮਾਰ ਦਿੱਤਾ ਜਾਵੇ। ਸੋ ਮੈਂ ਸਮਝਦਾ ਕਿ ਇਹ ਬਹੁਤ ਦੁਖਦਾਈ ਘਟਨਾ ਸੀ ਪੰਜਾਬ ਦੇ ਲੋਕਾਂ ਵਾਸਤੇ, ਪਰ ਇਹ ਸਰਾਸਰ ਸਰਕਾਰ ਦੀ ਨਲਾਇਕੀ ਸੀ। ਮੈਂ ਤਾਂ ਕਹਿੰਦਾ ਸਿਕਿਉਰਿਟੀ ਗਾਰਡ ਸਭ ਤੋਂ ਵਾਪਸ ਲੈ ਲੈਣੇ ਚਾਹੀਦੇ, ਨੋ ਪ੍ਰੋਬਲਮ ਐਟ ਆਲ। ਬਟ ਮਾਨ ਸਾਹਿਬ ਨੂੰ ਇਹ ਇੰਸ਼ੋਰ ਕਰਨਾ ਪਏਗਾ, ਬੀਇੰਗ ਏ ਹੋਮ ਮਿਨਿਸਟਰ, ਬੀਇੰਗ ਏ ਚੀਫ ਮਿਨਿਸਟਰ, ਕਿ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੋਏਗਾ। ਅਗਰ ਕੋਈ ਐਸੀ ਦੁਰਘਟਨਾ ਹੁੰਦੀ ਹੈ ਉਹਦੀ ਸਰਕਾਰ ਜ਼ਿੰਮੇਦਾਰ ਹੋਏਗੀ। ਪਰ ਅਗਰ ਵਾਕਈ ਸੀਰੀਅਸ ਥ੍ਰੈਟ ਹੈਗਾ ਤਾਂ ਤੁਸੀਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਓ। ਸੋ ਇਹ ਤਾਂ ਤੁਹਾਡਾ ਇੱਕ ਸਵਾਲ ਦਾ ਜਵਾਬ। ਵਾਟ ਇਜ਼ ਅਨਦਰ ਕੁਐਸਚਨ? ਵਾਟ ਯੂ ਸੈਡ? ਮੈਂ ਕਿਹਾ NRIs ਵਾਸਤੇ। ਹਾਂਜੀ, ਦੂਸਰਾ ਮੈਂ NRI ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਦੇਖ ਰਹੇ ਹੋਵੋਗੇ ਸਾਨੂੰ ਇੱਕ ਤਾਂ ਸਮੇਂ ਸਿਰ ਜੋ ਤੁਹਾਨੂੰ ਲੱਗੇ ਕਿ ਸਾਨੂੰ ਕੁਝ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਵਾਸਤੇ, ਜੋ ਅਸੀਂ ਨਹੀਂ ਕਰ ਰਹੇ ਬੀਇੰਗ ਏ ਕਾਂਗਰਸ ਪਾਰਟੀ PCC ਪ੍ਰੈਜ਼ੀਡੈਂਟ, ਕਿਉਂਕਿ ਆਪੋਜੀਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਅਗਰ ਸਰਕਾਰ 'ਚ ਇਟਸ ਲਾਈਕ ਅ ਬੱਸ ਨੂੰ ਧੱਕਾ ਲਾਉਣ ਵਾਲੀ ਗੱਲ। ਸਰਕਾਰ ਇਟਸ ਲਾਈਕ ਅ ਬੱਸ ਕਿ ਜੇ ਚੰਗਾ ਕੰਮ ਕਰੀਏ ਤਾਂ ਅਸੀਂ ਉਹਨਾਂ ਨੂੰ ਪਿੱਛੋਂ ਧੱਕਾ ਲਾਈਏ ਕਿ ਨਹੀਂ ਬਈ ਯੂ ਆਰ ਡੂਇੰਗ ਵੰਡਰਫੁਲ ਜੌਬ। ਔਰ ਅਗਰ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਅਸੀਂ ਬੱਸ ਦੇ ਅੱਗੇ ਖੜੇ ਹੋ ਕੇ ਕਹੀਏ ਕਿ ਭਾਈ ਇਹ ਤੁਸੀਂ ਨਹੀਂ ਕਰ ਰਹੇ, ਤੁਹਾਨੂੰ ਕਰਨਾ ਚਾਹੀਦਾ। ਸੋ ਇੱਕ ਤਾਂ ਇਹ ਹੈ ਕਿ ਸਾਨੂੰ ਇਹ ਸਮੇਂ ਸਿਰ ਲੋਕ ਦੱਸਦੇ ਰਹਿਣ। ਔਰ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਦਿਸ ਇਜ਼ ਨਾਓ 5 ਸਾਲ ਸਰਕਾਰ ਤਾਂ ਹੈਗੀ ਹੈ ਮਾਨ ਸਾਹਿਬ ਦੀ। ਸੋ NRI ਭਰਾਵਾਂ ਨੂੰ ਜਿੱਥੇ ਵੀ ਬੈਠੇ ਨੇ, ਬਿਕੋਜ਼ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਜੋ ਅੱਜ ਦੇ ਹਾਲਾਤ ਨੇ, ਜੋ ਪੰਜਾਬ ਜਿਸ ਦੌਰ 'ਚੋਂ ਗੁਜ਼ਰ ਰਿਹਾ ਹੈ, ਔਰ ਪਟਿਆਲੇ ਦੀ ਦੁਰਘਟਨਾ, ਇੱਕ ਜਿਹੜਾ IB ਦੇ ਉਹਦੇ ਤੇ ਹੈਂਡ ਗ੍ਰੇਨੇਡ ਦਾ ਡਿੱਗਣਾ ਐਂਡ ਰੋਜ਼ ਖੂਨ ਖਰਾਬਾ। ਸੋ ਇੱਕ ਵਾਰੀ ਥੋੜਾ ਸਰਕਾਰ ਨੂੰ ਇਹ ਸੁਨੇਹਾ ਜ਼ਰੂਰ ਦਿਓ ਤੁਸੀਂ ਲੋਕ ਆਪਣੇ ਮਾਧਿਅਮ ਦੇ ਰਾਹੀਂ ਕਿ ਤੁਸੀਂ ਜੋ ਹੋ ਰਿਹਾ ਗਲਤ ਹੋ ਰਿਹਾ। ਕਿਰਪਾ ਕਰਕੇ ਤੁਸੀਂ ਥੋੜਾ ਪੰਜਾਬ ਦੀ ਦੇਖ ਰੇਖ ਕਰੋ। ਖਾਸ ਕਰਕੇ ਮਾਨ ਸਾਹਿਬ ਨੂੰ ਇਹ ਗੱਲ ਕਹੋ ਕਿ ਦਿੱਲੀ ਜਾਣ ਦੀ ਬਜਾਏ, ਗੁਜਰਾਤ ਜਾਣ ਦੀ ਬਜਾਏ, ਹਿਮਾਚਲ ਜਾਣ ਦੀ ਬਜਾਏ ਥੋੜਾ ਪੰਜਾਬ ਤੇ ਧਿਆਨ ਦੇਣ ਤਾਂ ਜੋ ਸਾਡਾ ਪੰਜਾਬ ਸੁਰੱਖਿਅਤ ਰਹੇ।
ਔਰ ਜਿੱਥੇ ਸਾਡੀ ਕਰੈਕਸ਼ਨ ਦੀ ਲੋੜ ਹੈ ਸਾਨੂੰ ਵੀ ਦੱਸਦੇ ਰਹਿਣ ਕਿ ਬਈ ਇੱਥੇ ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ ਔਰ ਸਹੀ ਮੁੱਦਿਆਂ ਦੀ ਅਸੀਂ ਆਵਾਜ਼ ਚੁੱਕਦੇ ਰਹੀਏ। ਇਹਦੇ ਬਾਰੇ ਵੀ ਸਾਨੂੰ ਸਮੇਂ-ਸਮੇਂ ਸਿਰ ਗਾਈਡ ਕਰਦੇ ਰਹਿਣ ਤੁਹਾਡੇ ਮਾਧਿਅਮ ਰਾਹੀਂ, ਚਾਹੇ ਫੇਸਬੁੱਕ ਦੇ ਰਾਹੀਂ, ਦੇਰ ਇਜ਼ ਅਦਰ ਆਲਟਰਨੇਟਿਵ, ਹੋਰ ਵੀ ਬਹੁਤ ਹੈਗਾ ਸਾਧਨ ਕਿ ਜਿੱਥੋਂ ਤੱਕ ਸੁਨੇਹਾ ਪਹੁੰਚਾਇਆ ਜਾ ਸਕਦਾ। ਤੋ ਇਹੀ ਹੈ। ਬਾਕੀ ਜਿਉਂਦੇ ਵਸਦੇ ਰਹਿਣ ਪੰਜਾਬੀ, ਜਿੱਥੇ ਵੀ ਪੰਜਾਬੀ ਬੈਠਾ ਹੈ ਉਹ ਚੜ੍ਹਦੀ ਕਲਾ 'ਚ ਰਵੇ, ਇਹ ਕਾਮਨਾ ਕਰਦਾ। ਬਹੁਤ ਮਿਹਰਬਾਨੀ ਜੀ। ਜਗਦੀਪ ਸਾਚਾ ਸਾਹਿਬ ਇੱਥੇ ਬੈਠੇ ਨੇ, ਇੰਡੀਅਨ ਓਵਰਸੀਜ਼ ਦੇ ਹੋਰ ਬਹੁਤ ਸਾਰੇ ਲੋਕ ਇੱਥੇ। ਸਾਚਾ ਸਾਹਿਬ ਤਾਂ ਸਾਡੇ ਭਰਾ ਨੇ। ਸਾਚਾ ਸਾਹਿਬ ਨੇ ਬਹੁਤ ਪਿਆਰ ਦਿੱਤਾ ਹੈ। ਕਾਂਗਰਸ ਪਾਰਟੀ ਦਾ ਝੰਡਾ ਕੈਨੇਡਾ ਦੇ ਵਿੱਚ ਹਜੇ ਤੱਕ ਪੂਰਾ ਬੁਲੰਦ ਕਰਕੇ ਰੱਖਿਆ ਔਰ ਸਾਚਾ ਸਾਹਿਬ ਨੂੰ ਬੇਨਤੀ ਹੈ ਕਿ ਜਿੱਥੇ ਵੀ ਪੰਜਾਬ ਦੇ ਵਿੱਚ, ਖਾਸ ਕਰਕੇ ਸੰਗਰੂਰ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਬੈਠੇ ਹੈ ਕਾਂਗਰਸੀ ਭਰਾਵਾਂ ਦੇ ਜਾਂ ਆਮ ਲੋਕਾਂ ਦੇ, ਉਹ ਜ਼ਰਾ ਸੁਨੇਹ ਲਾਓ ਕਿ ਦਲਜੀਤ ਕੋਲਡੀ ਨੂੰ ਆਪਾਂ ਸਪੋਰਟ ਕਰੀਏ ਔਰ ਜਿਤਾਈਏ। ਠੀਕ ਹੈ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਔਰ ਮੈਂ ਜਾਣ ਤੋਂ ਪਹਿਲਾਂ ਇਹ ਕੁਐਸਚਨ ਨਹੀਂ ਹੈ, ਸਿਰਫ ਇੱਕ 15 ਸੈਕਿੰਡ ਫੀਡਬੈਕ ਹੀ ਹੈ। ਤੁਹਾਡੇ ਨਾਲ ਇੱਥੇ ਮੁਲਾਕਾਤ ਕਰਨ ਦਾ ਮੌਕਾ ਵੀ ਮਿਲਿਆ ਸੀ ਜਦ ਤੁਸੀਂ ਇੱਥੇ ਟੋਰਾਂਟੋ ਕੈਨੇਡਾ ਆਏ ਸੀਗੇ, ਔਰ ਆਉਣ ਵਾਲੇ ਸਮੇਂ ਵੀ ਮਿਲਦੇ ਰਵਾਂਗੇ। ਤੁਹਾਡੀ ਏਜ ਇਜ਼ ਔਨ ਯੋਰ ਸਾਈਡ। ਯੂਜਲੀ ਪੋਲੀਟਿਕਸ ਦੇ ਵਿੱਚ ਇੰਨੇ ਯੰਗ ਲੀਡਰਸ ਨੂੰ ਇੰਨਾ ਹਾਈ ਲੈਵਲ ਦੀ ਪੋਜੀਸ਼ਨ ਨਹੀਂ ਮਿਲਦੀ। ਤੁਹਾਡੇ ਕੋਲ, ਮੈਂ ਵਰਡ ਫਿਰ ਦੁਹਰਾਵਾਂਗਾ, ਓਪਰਚੁਨਿਟੀ ਬਹੁਤ ਵਧੀਆ ਹੈ। ਤੁਸੀਂ ਵਰਡ ਯੂਜ਼ ਕੀਤਾ ਰੋਡ ਮੈਪ, ਉਹਦਾ ਸਾਨੂੰ ਇੰਤਜ਼ਾਰ ਰਹੇਗਾ। ਔਰ ਇਹ ਮੌਕਾ ਹੈ ਤੁਹਾਡੇ ਕੋਲ ਕਿ ਤੁਸੀਂ ਪੰਜਾਬੀਆਂ ਦਾ ਜੋ ਦਰਦ ਹੈ ਇਸ ਵੇਲੇ, ਇਸ ਕ੍ਰਾਈਸਿਸ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕਰੋਗੇ। ਕਾਂਗਰਸ ਦੀ ਤੁਸੀਂ ਕਿਹਾ ਸਰਜਰੀ ਕਰਨ ਦੀ ਜ਼ਰੂਰਤ ਹੈ, ਉਹ ਵੀ ਅਸੀਂ ਐਕਸਪੈਕਟ ਕਰਾਂਗੇ। ਸੋ ਵੀ ਵਿਸ਼ ਯੂ ਆਲ ਦ ਬੈਸਟ। ਔਰ ਤੁਹਾਡੇ ਤੋਂ ਬਹੁਤ ਉਮੀਦਾਂ ਨੇ, ਨਾ ਸਿਰਫ ਪੰਜਾਬ ਦੇ ਪੰਜਾਬੀਆਂ ਨੂੰ ਬਲਕਿ ਦੁਨੀਆ ਭਰ ਦੇ ਵਿੱਚ ਬਸਦੇ ਪੰਜਾਬੀਆਂ ਨੂੰ ਵੀ। ਵਿਸ਼ ਯੂ ਆਲ ਦ ਬੈਸਟ ਫॉर ਫਿਊਚਰ ਐਂਡੇਵਰਸ। ਥੈਂਕ ਯੂ। ਥੈਂਕ ਯੂ ਯੋਦਵੀਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਟੇਕ ਕੇਅਰ, ਬਾਏ। You are watching Channel Y. Channel Y, a South Asian channel.